ਅੱਜ ਅਸੀਂ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਇਸ ਵਿਸ਼ੇ ਦੇ ਅਧੀਨ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਾਂਗੇ। ਆਓ ਅਸੀਂ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦੇ ਲਈ ਇਕੱਠੇ ਸਮਾਂ ਸਾਂਝਾ ਕਰੀਏ। ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਇਹ ਗੱਲਾਂ ਪਰਮੇਸ਼ਵਰ ਨੇ ਯੋਨਾ ਨਾਲ ਨੀਨਵੇ ਦੇ ਲੋਕਾਂ ਦੇ ਬਾਰੇ ਬੋਲਦੇ ਹੋਏ ਕਹੀ। ਇੱਥੋਂ ਤੱਕ ਕਿ ਇਸ ਯੁੱਗ ਵਿੱਚ ਬਹੁਤ ਸਾਰੇ ਲੋਕ ਹਨ ਜੋ ਪਰਮੇਸ਼ਵਰ ਦੀ ਮਰਜ਼ੀ ਨੂੰ ਨਹੀਂ ਸਮਝਦੇ। ਉਹ ਦੁਨੀਆ ਨੂੰ ਬਣਾਉਣ ਦੇ ਪਰਮੇਸ਼ਵਰ ਦੇ ਮਕਸਦ ਅਤੇ ਸਾਰੀ ਸ੍ਰਿਸ਼ਟੀ ਦੀ ਮੌਜੂਦਗੀ ਦੇ ਕਾਰਨਾਂ ਨੂੰ ਨਹੀਂ ਸਮਝਦੇ। ਉਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਣਜਾਣ ਹਨ। ਇਸ ਲਈ ਤੁਹਾਨੂੰ ਅਤੇ ਮੈਨੂੰ ਉਹਨਾਂ ਲੋਕਾਂ ਨੂੰ ਨਹੀਂ ਛੱਡਣਾ ਚਾਹੀਦਾ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਪਰ ਉਹਨਾਂ ਨੂੰ ਦੋਨਾਂ ਦੇ ਵਿਚਕਾਰ ਵਿਚਾਰ ਕਰਨ ਦੇ ਲਈ ਕਾਬਿਲ ਹੋਣ ਵਾਸਤੇ ਅਗਵਾਈ ਕਰਨੀ ਚਾਹੀਦੀ ਹੈ। ਜਦੋਂ ਪਰਮੇਸ਼ਵਰ ਨੇ ਯੋਨਾ ਨੂੰ ਕਿਹਾ ਕਿ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਉਹਨਾਂ ਲੋਕਾਂ ਨੂੰ ਵੀ ਖੁਸ਼ਖਬਰੀ ਦਾ ਪ੍ਰਚਾਰ ਕਰਨਾ, ਤਦ ਹੀ ਯੋਨਾ ਨੇ ਉਹ ਕੀਤਾ ਜਿਵੇਂ ਉਸ ਨੂੰ ਕਿਹਾ ਗਿਆ ਸੀ। ਤਾਂ ਜੋ ਲੋਕ ਪਛਾਣ ਨਹੀਂ ਸਕਦੇ ਸੀ, ਉਹਨਾਂ ਨੇ ਆਪਣਾ ਮਨ ਬਦਲ ਦਿੱਤਾ ਅਤੇ ਉਹ ਪਛਾਣ ਸਕੇ। ਜਿੱਥੇ ਵੀ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਲੋਕਾਂ ਨੂੰ ਪਛਾਣਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ। ਸਾਨੂੰ ਖੁਸ਼ਖਬਰੀ ਦੇ ਕੰਮ ਵਿੱਚ ਅੱਗੇ ਵਧਣ ਦੇ ਲਈ ਇਸ ਤੇ ਨਿਚਾ ਕਰਨੀ ਚਾਹੀਦੀ ਹੈ। ਆਓ ਅਸੀਂ ਯੋਨਾ ਅਧਿਆਇ 1 ਵਚਨ 1 ਤੇ ਨਜ਼ਰ ਪਾਈਏ। ਯਹੋਵਾ ਦੀ ਬਾਣੀ ਅਮਿੱਤੇ ਦੇ ਪੁੱਤਰ ਯੋਨਾ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨੀਨਵੇ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ, ਕਿਉਂ ਜੋ ਉਹਨਾਂ ਦੀ ਬੁਰਾਈ ਮੇਰੇ ਸਨਮੁਖ ਉਤਾਹਾਂ ਆਈ ਹੈ। ਜਦੋਂ ਪਰਮੇਸ਼ਵਰ ਨੇ ਯੋਨਾ ਨਾਲ ਇਹ ਗੱਲ ਕੀਤੀ ਤਾਂ ਉਹ ਨੀਨਵੇ ਵਿੱਚ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕਰਨ ਨਹੀਂ ਗਿਆ, ਕਿਉਂਕਿ ਉਹ ਅਨੇਕ ਕਾਰਨਾਂ ਤੋਂ ਡਰ ਗਿਆ ਸੀ। ਪਰ ਉਸਨੇ ਮੱਛੀ ਦੇ ਢਿੱਡ ਦੇ ਅੰਦਰ ਬਹੁਤ ਤੋਬਾ ਕੀਤੀ ਅਤੇ ਅੰਤ ਵਿੱਚ ਨੀਨਵੇ ਨੂੰ ਗਿਆ ਅਤੇ ਪਰਮੇਸ਼ਵਰ ਦੇ ਵਚਨਾਂ ਦਾ ਪ੍ਰਚਾਰ ਕੀਤਾ। ਆਓ ਅਸੀਂ ਅਧਿਆਇ 3 ਦੇ ਵਚਨ 1 ਤੇ ਜਾਈਏ। ਯਹੋਵਾ ਦੀ ਬਾਣੀ ਦੂਜੀ ਵਾਰ ਯੋਨਾ ਨੂੰ ਆਈ ਕਿ ਉੱਠ ਉਸ ਵੱਡੇ ਸ਼ਹਿਰ ਨੀਨਵੇ ਨੂੰ ਜਾ ਅਤੇ ਉਸ ਨੂੰ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਯੋਨਾ ਯਹੋਵਾ ਦੇ ਆਖਿਆ ਅਨੁਸਾਰ ਅਧਿਆਇ 1 ਵਿੱਚ ਇਹ ਲਿਖਿਆ ਹੈ, ਯੋਨਾ ਯਹੋਵਾ ਦੇ ਸਾਹਮਣੋਂ ਭੱਜ ਗਿਆ। ਪਰ ਯੋਨਾ ਨੂੰ ਦੂਸਰੀ ਵਾਰ ਕਿਹਾ ਗਿਆ ਕਿ ਇਸ ਗੱਲ ਦਾ ਪ੍ਰਚਾਰ ਕਰ ਜਿਹੜੀ ਮੈਂ ਤੈਨੂੰ ਦੱਸਦਾ ਹਾਂ। ਤਦ ਯੋਨਾ ਯਹੋਵਾ ਦੇ ਵਚਨ ਦੇ ਅਨੁਸਾਰ ਕਿੱਥੇ ਗਿਆ? ਨੀਨਵੇ ਨੂੰ ਗਿਆ। ਨਿਨਵਾ ਇੱਕ ਬਹੁਤ ਹੀ ਵੱਡਾ ਸ਼ਹਿਰ ਸੀ ਜਿਹਦੇ ਵਿੱਚ ਦਾ ਪੈਂਡਾ 3 ਦਿਨ ਦਾ ਸੀ। ਸੋ ਯੋਨਾ ਸ਼ਹਿਰ ਵਿੱਚ ਵੜਨ ਲੱਗਾ ਤੇ 1 ਦਿਨ ਦਾ ਪੈਂਡਾ ਕੀਤਾ। ਤਦ ਉਹਨੇ ਪੁਕਾਰਿਆ ਤੇ ਆਖਿਆ, ਹੋਰ 40 ਦਿਨਾਂ ਨੂੰ ਨਿਨਵਾ ਢਾਇਆ ਜਾਵੇਗਾ। ਤਦ ਨਿਨਵਾ ਦੇ ਲੋਕਾਂ ਨੇ ਪਰਮੇਸ਼ਵਰ ਉੱਤੇ ਪ੍ਰਤੀਤ ਕੀਤੀ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਅਧਿਆਇ 1 ਵਿੱਚ ਯੋਨਾ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਤੋਂ ਡਰ ਗਿਆ ਸੀ, ਪਰ ਅਧਿਆਇ 3 ਵਿੱਚ ਉਸਨੇ ਤੋਬਾ ਕੀਤੀ ਅਤੇ ਪਰਮੇਸ਼ਵਰ ਦੇ ਆਖਿਆ ਅਨੁਸਾਰ ਕੀਤਾ। ਜਦੋਂ ਉਸਨੇ ਉਹ ਕੀਤਾ ਸੀ ਤਦ ਕੀ ਹੋਇਆ? ਆਓ ਅਸੀਂ ਯੋਨਾ ਅਧਿਆਇ 4 ਵਚਨ 9 ਦੇਖੀਏ। ਤਾਂ ਪਰਮੇਸ਼ਵਰ ਨੇ ਯੋਨਾ ਨੂੰ ਆਖਿਆ ਕਿ ਤੇਰਾ ਗੁੱਸਾ ਉਸ ਬੂਟੇ ਦੇ ਕਾਰਨ ਚੰਗਾ ਹੈ। ਅੱਗੋਂ ਉਹਨੇ ਆਖਿਆ, ਮੇਰਾ ਗੁੱਸਾ ਮੌਤ ਤੀਕ ਚੰਗਾ ਹੈ। ਫਿਰ ਯਹੋਵਾ ਨੇ ਆਖਿਆ, ਤੈਨੂੰ ਉਸ ਬੂਟੇ ਉੱਤੇ ਤਰਸ ਆਇਆ ਜਿਹਦੇ ਲਈ ਤੈਂ ਕੁਝ ਮਿਹਨਤ ਨਾ ਕੀਤੀ, ਨਾ ਹੀ ਉਸ ਨੂੰ ਉਗਾਇਆ, ਜਿਹੜਾ 21 ਰਾਤ ਵਿੱਚ ਉਗ ਪਿਆ ਅਰ 21 ਰਾਤ ਵਿੱਚ ਸੁੱਕ ਗਿਆ। ਕਿ ਇਸ ਵੱਡੇ ਸ਼ਹਿਰ ਨੀਨਵੇ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ, ਜਿਹਦੇ ਵਿੱਚ 1,20,000 ਜਣਿਆਂ ਨਾਲੋਂ ਵੀ ਵਧੇਕ ਹਨ, ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਅਤੇ ਡੰਗਰ ਵੀ ਬਹੁਤ ਹਨ। ਇਸ ਤਰ੍ਹਾਂ 1,20,000 ਜਣਿਆਂ ਨੇ ਪਰਮੇਸ਼ਵਰ ਦੇ ਸਾਹਮਣੇ ਤੋਬਾ ਕੀਤੀ ਅਤੇ ਪਰਮੇਸ਼ਵਰ ਨੇ ਬਿਪਤਾ ਨਹੀਂ ਭੇਜੀ। ਜਦੋਂ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕੀਤਾ ਗਿਆ ਅਤੇ ਉਹਨਾਂ ਨੂੰ ਜਾਣਿਆ ਗਿਆ ਤਾਂ 1,20,000 ਲੋਕ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ ਸੀ, ਉਹ ਸਭ ਬਦਲ ਗਏ। ਕਦੀ ਕਦੀ ਅਸੀਂ ਸੋਚਦੇ ਹਾਂ ਕਿ ਜੇਕਰ ਮੈਂ ਸਬਤ ਦਿਨ ਦੀ ਸਾਖੀ ਦੇਵਾਂ ਤਾਂ ਕਿ ਉਹ ਸਮਝਣਗੇ, ਜੇਕਰ ਮੈਂ ਸਵਰਗੀ ਮਾਤਾ ਜੀ ਦਾ ਪ੍ਰਚਾਰ ਕਰਾਂ ਤਾਂ ਕਿ ਉਹ ਸਮਝ ਸਕਦੇ ਹਨ। ਇਹ ਉਹ ਚੀਜ਼ ਹੈ ਜਿਸ ਦੇ ਬਾਰੇ ਸਾਨੂੰ ਸੋਚਣ ਦੀ ਜ਼ਰੂਰਤ ਨਹੀਂ ਹੈ।
ਬਾਈਬਲ ਕਹਿੰਦੀ ਹੈ ਪਰਮੇਸ਼ਵਰ ਜੋ ਅੰਤ ਦੀ ਗੱਲ ਆਦਿ ਤੋਂ ਅਤੇ ਪ੍ਰਾਚੀਨ ਕਾਲ ਤੋਂ ਉਸ ਗੱਲ ਨੂੰ ਦੱਸਦੇ ਆਏ ਹਨ ਜੋ ਹੁਣ ਤੱਕ ਨਹੀਂ ਹੋਈ। ਸਾਨੂੰ ਨਾ ਤਾਂ ਨਿਆਂ ਕਰਨਾ ਚਾਹੀਦਾ ਹੈ, ਨਾ ਹੀ ਪਹਿਲਾਂ ਤੋਂ ਸਿੱਟਾ ਕੱਢਣਾ ਚਾਹੀਦਾ ਹੈ ਕਿ ਇਹ ਸੰਭਵ ਹੈ ਜਾਂ ਨਹੀਂ। ਪਰਮੇਸ਼ਵਰ ਨੇ ਕਿਹਾ ਸਾਰੀਆਂ ਜਾਤੀਆਂ ਨੂੰ ਜੀਵਨ ਦੇ ਵਚਨਾਂ ਦਾ ਪ੍ਰਚਾਰ ਕਰੋ, ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਨਾਲ ਬਪਤਿਸਮਾ ਦਿਓ ਅਤੇ ਜੋ ਕੁਝ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਉਹਨਾਂ ਦਾ ਪਾਲਨ ਕਰਨਾ ਸਿਖਾਓ, ਕਿਉਂਕਿ ਉਹ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ। ਤਾਂ ਕਿ ਸਾਨੂੰ ਉਹਨਾਂ ਨੂੰ ਨਹੀਂ ਸਿਖਾਉਣਾ ਚਾਹੀਦਾ, ਨਾ ਸਿਰਫ ਉਹਨਾਂ ਨੂੰ ਸਿਖਾਉਣਾ ਬਲਕਿ ਉਹਨਾਂ ਸਾਰੇ ਹੁਕਮਾਂ ਦਾ ਪਾਲਨ ਕਰਨ ਵਿੱਚ ਅਗਵਾਈ ਵੀ ਕਰਨੀ ਚਾਹੀਦੀ ਹੈ। ਸਾਰੇ ਲੋਕੋ ਸਾਨੂੰ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਨ ਕਰਦੇ ਹੋਏ ਜਿਨ੍ਹਾਂ ਨੇ ਕਿਹਾ ਜਾਓ ਅਤੇ ਪ੍ਰਚਾਰ ਕਰੋ। ਇਸ ਸੰਸਾਰ ਵਿੱਚ ਜੀ ਰਹੇ ਬਹੁਤ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਪਸਾ ਅਤੇ ਪਰਮੇਸ਼ਵਰ ਦੇ ਨਿਯਮਾਂ ਨੂੰ ਨਹੀਂ ਜਾਣਦੇ। ਪਸਾ ਦੇ ਲਈ ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਕਿ ਅਸੀਂ ਇਸ ਨੂੰ ਪਰਮੇਸ਼ਵਰ ਦੇ ਨਿਯਮ ਦੇ ਅਨੁਸਾਰ ਮਨਾ ਰਹੇ ਹਾਂ। ਆਓ ਅਸੀਂ ਲੋਕਾਂ ਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੱਕ ਇਸ ਸੰਦੇਸ਼ ਦਾ ਪ੍ਰਚਾਰ ਕਰੀਏ। ਆਓ ਅਸੀਂ ਦਾਨੀਏਲ ਅਧਿਆਇ 9 ਵਚਨ 3 ਤੇ 1 ਨਜ਼ਰ ਪਾਈਏ। ਮੈਂ ਆਪਣਾ ਮੂੰਹ ਪ੍ਰਭੂ ਪਰਮੇਸ਼ਵਰ ਵੱਲ ਕੀਤਾ ਅਤੇ ਬੇਨਤੀਆਂ ਤਰਲੇ ਕਰਕੇ ਅਰ ਵਰਤ ਰੱਖ ਕੇ ਤੱਪੜ ਅਰ ਸੁਆਸਣੇ ਉਹਦੀ ਭਾਲ ਕੀਤੀ ਅਤੇ ਮੈਂ ਯਹੋਵਾ ਆਪਣੇ ਪਰਮੇਸ਼ਵਰ ਅੱਗੇ ਅਰਦਾਸ ਕੀਤੀ। ਨਾਲੇ ਮੈਂ ਮੰਨ ਲਿਆ ਅਤੇ ਆਖਿਆ ਹੇ ਪ੍ਰਭੂ ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਵਰ ਹੈ ਅਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹੈ ਅਤੇ ਉਹਨਾਂ ਉੱਤੇ ਦਇਆ ਰੱਖਦਾ ਹੈ। ਅਸਾਂ ਪਾਪ ਕੀਤੇ, ਅਸਾਂ ਟੇਢੇ ਕੰਮ ਕੀਤੇ, ਅਸਾਂ ਬਦੀ ਕੀਤੀ ਅਤੇ ਕੀ ਕੀਤਾ? ਅਸਾਂ ਸਿਰ ਚੁੱਕਿਆ ਅਤੇ ਕਿਸ ਤੋਂ ਫਿਰ ਗਏ? ਜੋ ਅਸੀਂ ਤੇਰੀ ਆਗਿਆ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ। ਇਹਨਾਂ ਵਚਨਾਂ ਦੇ ਦੁਆਰਾ ਅੱਜ ਅਸੀਂ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਕਿਉਂ ਕਹਿੰਦੇ ਹਨ ਹੇ ਬੁਰਿਆਰੋ ਮੇਰੇ ਕੋਲੋਂ ਚਲੇ ਜਾਓ। ਆਓ ਅਸੀਂ ਵਚਨ 6 ਦੇ ਨਾਲ ਜਾਰੀ ਰਹੀਏ। ਅਤੇ ਅਸਾਂ ਤੇਰੇ ਸੇਵਕ ਨਬੀਆਂ ਨੂੰ ਨਾ ਮੰਨਿਆ ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਤਸ਼ਾਹਾਂ, ਸਾਡੇ ਸਜਾਦਿਆਂ ਅਤੇ ਸਾਡੇ ਪਿਓ ਦਾਦਿਆਂ ਅਤੇ ਸਾਡੇ ਦੇਸ਼ ਦੇ ਸਭਨਾਂ ਲੋਕਾਂ ਨੂੰ ਬਾਣੀ ਸੁਣਾਈ। ਹੇ ਪ੍ਰਭੂ ਧਰਮ ਤੇਰਾ ਹੀ ਹੈ, ਪਰ ਸਾਡੇ ਲਈ ਮੂੰਹ ਚੁਰਾਉਣਾ ਜਿਵੇਂ ਅੱਜ ਦਾ ਦਿਨ ਹੈ। ਹਾਂ, ਯਹੂਦਾ ਦੇ ਲੋਕਾਂ ਦੇ ਅਤੇ ਯਰੂਸ਼ਲਮ ਦੇ ਵਸਣ ਵਾਲਿਆਂ ਦੇ ਅਤੇ ਸਭਨਾਂ ਇਜ਼ਰਾਈਲੀਆਂ ਦੇ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ, ਉਹਨਾਂ ਸਭਨਾਂ ਦੇਸ਼ਾਂ ਵਿੱਚ ਜਿੱਥੇ ਕਿਤੇ ਉਹਨਾਂ ਦੇ ਔਗੁਣਾਂ ਦੇ ਕਾਰਨ ਜੋ ਉਹਨਾਂ ਨੇ ਤੇਰੇ ਅੱਗੇ ਕੀਤੀ ਤੂੰ ਉਹਨਾਂ ਨੂੰ ਖਿੰਡਾ ਦਿੱਤਾ। ਹੇ ਪ੍ਰਭੂ ਮੂੰਹ ਚੁਰਾਉਣਾ ਸਾਡੇ ਲਈ, ਸਾਡੇ ਪਾਤਸ਼ਾਹਾਂ ਅਤੇ ਸਜਾਦਿਆਂ ਅਰ ਸਾਡੇ ਪਿਓ ਦਾਦਿਆਂ ਦੇ ਲਈ ਹੈ ਜੋ ਅਸੀਂ ਤੇਰੇ ਪਾਪੀ ਹੋਏ ਹਾਂ। ਪ੍ਰਭੂ ਸਾਡੇ ਪਰਮੇਸ਼ਵਰ ਦੀਆਂ ਦਇਆ ਅਤੇ ਖਿਮਾ ਹਨ। ਅਸਾਂ ਭਾਵੇਂ ਉਹਦੇ ਅੱਗੇ ਸਿਰ ਚੁੱਕਿਆ ਹੈ। ਅਸਾਂ ਯਹੋਵਾ ਆਪਣੇ ਪਰਮੇਸ਼ਵਰ ਦਾ ਬੋਲ ਨਾ ਮੰਨਿਆ ਜੋ ਉਹਦੇ ਕਾਨੂੰਨਾਂ ਉੱਤੇ ਚੱਲੀਏ ਜਿਹਨੂੰ ਉਸਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ। ਹਾਂ, ਸਾਰਾ ਇਜ਼ਰਾਈਲ ਤੇਰੀ ਵਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਹੈ ਜੋ ਤੇਰੇ ਬੋਲ ਨਾ ਮੰਨੇ। ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸਹੁੰ ਵੀ ਜੋ ਪਰਮੇਸ਼ਵਰ ਦੇ ਸੇਵਕ ਮੂਸਾ ਦੀ ਵਿਵਸਥਾ ਵਿੱਚ ਲਿਖੀ ਹੈ, ਇਸ ਲਈ ਜੋ ਅਸਾਂ ਉਹਦਾ ਪਾਪ ਕੀਤਾ। ਦਾਨੀਏਲ ਅਧਿਆਇ 9 ਦੇ ਸਾਰੇ ਵਿਸ਼ਿਆਂ ਨੂੰ ਸੰਖੇਪ ਵਿੱਚ ਪੜ੍ਹਦੇ ਹੋਏ ਅਸੀਂ ਦੇਖ ਸਕਦੇ ਹਾਂ ਕਿ ਪਰਮੇਸ਼ਵਰ ਨੇ ਵਾਰ-ਵਾਰ ਨਬੀਆਂ ਦੇ ਦੁਆਰਾ ਆਪਣੇ ਲੋਕਾਂ ਨੂੰ ਆਪਣੀ ਵਿਵਸਥਾਵਾਂ, ਨਿਯਮਾਂ ਅਤੇ ਹੁਕਮਾਂ ਨੂੰ ਜਾਣਨ ਦਿੱਤਾ ਅਤੇ ਸਿਖਾਇਆ। ਉਸ ਦੇ ਬਾਵਜੂਦ ਉਹਨਾਂ ਨੇ ਕੀ ਕੀਤਾ? ਉਹ ਪਰਮੇਸ਼ਵਰ ਦੇ ਨਿਯਮਾਂ, ਵਿਵਸਥਾਵਾਂ ਅਤੇ ਹੁਕਮਾਂ ਤੋਂ ਹਟ ਗਏ। ਬਾਈਬਲ ਸਿਖਾਉਂਦੀ ਹੈ ਕਿ ਇਹ ਆਤਮਿਕ ਰੂਪ ਨਾਲ ਪਰਮੇਸ਼ਵਰ ਦੇ ਵੱਲ ਬਗਾਵਤ ਕਰਨਾ ਹੈ। ਇਸ ਲਈ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ, ਉਹਨਾਂ ਨੂੰ ਮਾਫ ਕਰਨ ਦੇ ਲਈ ਅਤੇ ਉਹਨਾਂ ਨੂੰ ਅਨੰਤ ਸਵਰਗ ਦੇ ਰਾਜ ਵਿੱਚ ਵਾਪਸ ਲੈ ਜਾਣ ਦੇ ਲਈ ਪਰਮੇਸ਼ਵਰ ਨੇ ਧਰਤੀ ਤੇ ਪਸਾ ਦਾ ਮਹਾਨ ਸੱਚ ਸਥਾਪਿਤ ਕੀਤਾ। ਇਹ ਨਵਾਂ ਨੇਮ ਹੈ ਜੋ ਕਦੀ ਗਾਇਬ ਨਹੀਂ ਹੋਵੇਗਾ। ਪਰਮੇਸ਼ਵਰ ਅਤੇ ਸਾਡੇ ਵਿੱਚ ਨੇਮ ਦੇ ਨਿਸ਼ਾਨ ਦੇ ਰੂਪ ਵਿੱਚ ਪਰਮੇਸ਼ਵਰ ਨੇ ਸਾਨੂੰ ਪਸਾ ਦੇ ਇਸ ਪਵਿੱਤਰ ਪਰਬ ਨੂੰ ਪ੍ਰਦਾਨ ਕੀਤਾ। ਪਰਮੇਸ਼ਵਰ ਨੇ ਪਸਾ ਨੂੰ ਇੱਕ ਇਸ ਤਰ੍ਹਾਂ ਦੇ ਨਿਯਮ, ਵਿਵਸਥਾ ਅਤੇ ਹੁਕਮ ਦੇ ਰੂਪ ਵਿੱਚ ਸਥਾਪਿਤ ਕੀਤਾ ਜੋ ਕੂਚ ਦੇ ਸਮੇਂ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਅਤੇ ਸਾਡੇ ਅਨੰਤ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਤੱਕ ਗਾਇਬ ਨਹੀਂ ਹੋਣਾ ਚਾਹੀਦਾ। ਹਾਲਾਂਕਿ ਅੱਜ ਇਹ ਵਿਵਸਥਾ, ਨਿਯਮ ਅਤੇ ਹੁਕਮ
ਕਿਤੇ ਵੀ ਨਹੀਂ ਪਾਏ ਜਾਂਦੇ ਹਨ। ਭਾਵੇਂ ਕਈ ਚਰਚ ਹਨ, ਪਰ ਉਹ ਪਰਮੇਸ਼ਵਰ ਦੇ ਇਸ ਹੁਕਮ ਨੂੰ ਨਹੀਂ ਮੰਨਦੇ। ਜਦੋਂ ਅਸੀਂ ਨਿਨਵਾ ਦੇ ਲੋਕਾਂ ਦੇ ਪਿਛਲੇ ਇਤਿਹਾਸ ਨੂੰ ਦੇਖਦੇ ਹਾਂ ਤਾਂ ਉਹ ਇਜ਼ਰਾਈਲੀਆਂ ਤੋਂ ਪੂਰੀ ਤਰ੍ਹਾਂ ਨਾਲ ਅਲੱਗ ਤਰ੍ਹਾਂ ਨਾਲ ਜੀਵਨ ਜੀ ਰਹੇ ਸਨ। ਨਿਨਵਾ ਅਸ਼ੂਰ ਦੀ ਰਾਜਧਾਨੀ ਸੀ। ਇਹ ਸੱਚੇ ਪਰਮੇਸ਼ਵਰ ਨੂੰ ਜਾਣੇ ਬਿਨਾਂ ਮੂਰਤੀ ਬਣਾ ਕੇ ਦੇਵਤਾਵਾਂ ਦੇ ਨੇਚਾ ਕਰਦੇ ਸੀ। ਉਹ ਹਮੇਸ਼ਾ ਇਜ਼ਰਾਈਲੀਆਂ ਨੂੰ ਸਤਾਉਂਦੇ ਅਤੇ ਉਹਨਾਂ ਤੇ ਜ਼ੁਲਮ ਕਰਦੇ ਸੀ। ਨਿਨਵਾ ਦੇ ਲੋਕ ਅਰਥਾਤ ਅਸ਼ੂਰ ਦੇ ਲੋਕਾਂ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਕੀਤੀਆਂ ਕਿਉਂਕਿ ਯੋਨਾ ਨੇ ਆਖਿਰਕਾਰ ਪਰਮੇਸ਼ਵਰ ਦਾ ਵਚਨ ਸੁਣਾਇਆ। ਇਸ ਲਈ ਰਾਜੇ ਤੋਂ ਲੈ ਕੇ 1,20,000 ਲੋਕਾਂ ਤੱਕ ਸਾਰਿਆਂ ਨੂੰ ਇੱਕ ਪਲ ਵਿੱਚ ਤੋਬਾ ਕਰਾ ਸਕਦਾ ਸੀ, ਹੈ ਨਾ? ਹਾਂ, ਇਸ ਤਰ੍ਹਾਂ ਇਸ ਲਈ ਸੀ ਕਿਉਂਕਿ ਉਸਨੇ ਪ੍ਰਚਾਰ ਕੀਤਾ। ਇਹ ਯੋਨਾ ਦਾ ਭਾਸ਼ਣ ਨਹੀਂ ਸੀ ਜਿਸਨੇ ਨਿਨਵਾ ਦੇ ਰਾਜੇ ਅਤੇ ਲੋਕਾਂ ਨੂੰ ਤੋਬਾ ਕਰਾਈ। ਯੋਨਾ ਨੇ ਬਸ ਪਰਮੇਸ਼ਵਰ ਦੀ ਮਰਜ਼ੀ ਦੱਸੀ। ਪਰਮੇਸ਼ਵਰ ਇਹ ਅਤੇ ਉਹ ਕਰਨਗੇ। ਹਾਲਾਂਕਿ ਅਚਰਜ ਢੰਗ ਨਾਲ ਸਾਰੇ ਲੋਕਾਂ ਨੇ ਜੋ ਨਾ ਤਾਂ ਪਰਮੇਸ਼ਵਰ ਦੀ ਮੌਜੂਦਗੀ ਨੂੰ ਜਾਣਦੇ ਸੀ ਅਤੇ ਨਾ ਹੀ ਯਹੋਵਾ ਪਰਮੇਸ਼ਵਰ ਤੇ ਨੇਚਾ ਕਰਦੇ ਸੀ, ਇਹ ਸੁਣ ਕੇ ਤੋਬਾ ਕੀਤੀ ਕਿ ਇਹ ਯਹੋਵਾ ਪਰਮੇਸ਼ਵਰ ਦਾ ਵਚਨ ਹੈ। ਅੱਜ ਇਸ ਯੁੱਗ ਵਿੱਚ ਵੀ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਤਾਂ ਅਸੀਂ ਨਕਾਰਾਤਮਕ ਰੂਪ ਨਾਲ ਸੋਚਦੇ ਹਾਂ ਕਿ ਇਸ ਤਰ੍ਹਾਂ ਦੇ ਲੋਕ ਪਰਮੇਸ਼ਵਰ ਨੂੰ ਲੱਭਣਗੇ, ਕਿ ਉਹ ਮਹਿਸੂਸ ਕਰਨਗੇ, ਕਿ ਉਹ ਨੇਚਾ ਕਰ ਸਕਣਗੇ। ਪਰ ਸਾਡੇ ਵਿਚਾਰਾਂ ਦੇ ਉਲਟ ਅਤੇ ਯੋਨਾ ਦੇ ਵਿਚਾਰਾਂ ਦੇ ਉਲਟ ਇੱਕ ਅਚਰਜ ਗੱਲ ਹੋਈ। ਨਿਨਵਾ ਦੇ ਸਾਰੇ ਲੋਕਾਂ ਨੇ ਤੋਬਾ ਕੀਤੀ। ਸਾਡੇ ਆਲੇ ਦੁਆਲੇ ਬਹੁਤ ਸਾਰੀਆਂ ਗਰੀਬ ਆਤਮਾਵਾਂ ਹਨ ਜੋ ਪਰਮੇਸ਼ਵਰ ਦੀ ਵਿਵਸਥਾ ਨੂੰ ਜਾਣੇ ਬਿਨਾਂ ਪਰਮੇਸ਼ਵਰ ਦੀ ਸੇਵਾ ਕਰਨ ਦਾ ਦਾਅਵਾ ਕਰਦੀਆਂ ਹਨ। ਪਹਿਲਾਂ ਅਸੀਂ ਸੋਚਿਆ ਕਿ ਮੈਨੂੰ ਅਚਰਜ ਹੈ ਕਿ ਉਹ ਸਮਝਣਗੇ, ਪਰ ਕਿਉਂਕਿ ਪਰਮੇਸ਼ਵਰ ਨੇ ਸਾਨੂੰ ਉਹਨਾਂ ਦਾ ਸੰਦੇਸ਼ ਲੋਕਾਂ ਨੂੰ ਦੇਣ ਨੂੰ ਕਿਹਾ ਹੈ, ਤਾਂ ਆਓ ਅਸੀਂ ਆਪਣਾ ਸਾਰਾ ਦਿਲ ਅਤੇ ਮਨ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਵਿੱਚ ਲਗਾਈਏ। ਕੂਚ ਅਧਿਆਇ 12 ਦੇ ਦੁਆਰਾ ਆਓ ਅਸੀਂ ਪਸਾ ਦੇ ਬਾਰੇ ਅਧਿਐਨ ਕਰੀਏ ਜਿਸ ਦਾ ਪਰਮੇਸ਼ਵਰ ਨੇ ਸਾਨੂੰ ਪ੍ਰਚਾਰ ਕਰਨ ਨੂੰ ਕਿਹਾ। ਕੂਚ ਅਧਿਆਇ 12 ਵਚਨ 11 ਕਹਿੰਦਾ ਹੈ, ਅਤੇ ਤੁਸਾਂ ਉਸ ਨੂੰ ਇਉਂ ਖਾਣਾ, ਆਪਣੇ ਲੱਕ ਬੰਨ ਕੇ ਅਤੇ ਆਪਣੀ ਜੁੱਤੀ ਪੈਰੀ ਪਾ ਕੇ ਅਤੇ ਆਪਣੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਉਸ ਨੂੰ ਛੇਤੀ ਛੇਤੀ ਖਾਣਾ, ਕਿਉਂਕਿ ਇਹ ਯਹੋਵਾ ਦਾ ਪਸਾ ਹੈ। ਮੈਂ ਉਸ ਰਾਤ ਮਿਸਰ ਦੇਸ਼ ਦੇ ਵਿੱਚ ਦੀ ਲੰਘਾਂਗਾ ਔਰ ਮਿਸਰ ਦੇਸ਼ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਂਸ ਸੁੱਟਾਂਗਾ ਔਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਂ ਕਰਾਂਗਾ। ਮੈਂ ਯਹੋਵਾ ਹਾਂ। ਔਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਰਹੋਗੇ ਨਿਸ਼ਾਨ ਹੋਵੇਗਾ, ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਔਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ਼ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ਼ ਕਰੇ। ਔਰ ਇਹ ਦਿਨ ਤੁਹਾਡੇ ਲਈ ਕੀ ਯਾਦਗਾਰ ਹੋਵੇਗਾ ਔਰ ਤੁਸੀਂ ਇਹ ਦਿਨ ਯਹੋਵਾ ਲਈ ਪਰਵ ਮਨਾਇਓ ਅਤੇ ਆਪਣੀ ਪੀੜ੍ਹੀਆਂ ਵਿੱਚ ਇਸ ਨੂੰ ਸਦੀਪਕ ਵਿਧੀ ਦਾ ਪਰਵ ਮਨਾਇਓ। ਲਗਭਗ 3500 ਸਾਲ ਪਹਿਲਾਂ ਇਜ਼ਰਾਈਲੀਆਂ ਨੇ ਮਿਸਰ ਵਿੱਚ ਪਸਾ ਮਨਾਇਆ ਸੀ। ਪਰਮੇਸ਼ਵਰ ਨੇ ਉਹਨਾਂ ਨੂੰ ਲੇਲਿਆਂ ਨੂੰ ਬਲੀ ਕਰਨ ਦੇ ਲਈ ਕਿਹਾ ਅਤੇ ਉਸ ਦੇ ਲਹੂ ਦੇ ਦੁਆਰਾ ਦੋਈ ਬਾਈ ਅਤੇ ਸਿਰ ਉੱਤੇ ਲਾਉਣ ਦਿੱਤਾ। ਇਹ ਇੱਕ ਨਿਸ਼ਾਨ ਸੀ ਜੋ ਦੱਸਦਾ ਹੈ ਕਿ ਉਸ ਘਰ ਵਿੱਚ ਪਰਮੇਸ਼ਵਰ ਦੇ ਲੋਕ ਰਹਿੰਦੇ ਹਨ। ਬਿਪਤਾ ਉਹਨਾਂ ਦੇ ਘਰ ਤੇ ਨਹੀਂ ਆਈ ਜਿਨ੍ਹਾਂ ਤੇ ਨਿਸ਼ਾਨ ਸੀ, ਬਲਕਿ ਉਹਨਾਂ ਤੋਂ ਪਾਰ ਹੋ ਗਏ। ਇਹੀ ਕਾਰਨ ਹੈ ਕਿ ਪਰਮੇਸ਼ਵਰ ਨੇ ਇਸ ਦਿਨ ਨੂੰ ਪਸਾ ਕਿਹਾ ਹੈ, ਜਿਸ ਦਾ ਅਰਥ ਹੈ ਬਿਪਤਾਵਾਂ ਦਾ ਪਾਰ ਹੋ ਜਾਣਾ, ਅਤੇ ਇਸ ਨੂੰ ਪਰਮੇਸ਼ਵਰ ਦੇ ਪਰਬ ਦੇ ਰੂਪ ਵਿੱਚ ਨਿਯੁਕਤ ਕੀਤਾ। ਹਿਜਕੀਏਲ ਅਧਿਆਇ 9 ਵਿੱਚ ਅਸੀਂ ਉਸ ਦ੍ਰਿਸ਼ ਨੂੰ ਦੇਖ ਸਕਦੇ ਹਾਂ ਜਿੱਥੇ ਪਰਮੇਸ਼ਵਰ ਅੰਤਿਮ ਦਿਨ ਦੁਨੀਆ ਦਾ ਨਿਆਂ ਕਰਦੇ ਹਨ। ਉਹ ਉਹਨਾਂ ਲੋਕਾਂ ਦੀ ਰੱਖਿਆ ਕਰਦੇ ਹਨ ਜਿਨ੍ਹਾਂ ਦੇ ਕੋਲ ਨਿਸ਼ਾਨ ਹੈ। ਆਓ ਅਸੀਂ ਹਿਜਕੀਏਲ ਅਧਿਆਇ 9 ਵਚਨ 3 ਦੇਖੀਏ। ਅਤੇ ਇਜ਼ਰਾਈਲ ਦੇ ਪਰਮੇਸ਼ਵਰ ਦਾ ਤੇਜ ਕਰੂਬੀ ਦੇ ਉੱਤੋਂ ਜਿਸ ਉੱਪਰ ਉਹ ਸੀ ਉੱਠ ਕੇ ਘਰ ਦੀ ਸਰਦਲ ਤੇ ਗਿਆ, ਅਤੇ ਉਹਨੇ ਉਸ ਮਰਦ ਨੂੰ ਜਿਹਨੇ ਕਤਾਨੀ ਕੱਪੜੇ ਪਾਏ ਹੋਏ ਸਨ ਅਤੇ ਜਿਸ ਦੇ ਕੋਲ ਲਿਖਣ ਵਾਲੀ ਦੁਆਤ ਸੀ ਪੁਕਾਰਿਆ, ਅਤੇ ਯਹੋਵਾ ਨੇ ਉਹਨੂੰ ਕਿਹਾ, ਸ਼ਹਿਰ ਦੇ ਵਿਚਾਲਿਓ ਹਾਂ ਯਰੂਸ਼ਲਮ ਦੇ ਵਿਚਾਲਿਓ ਲੰਘ ਅਤੇ ਉਹਨਾਂ ਲੋਕਾਂ ਦੇ ਮੱਥੇ ਉੱਤੇ ਜੋ ਉਹਨਾਂ ਸਾਰੇ ਘਿਨਾਉਣੇ ਕੰਮਾਂ ਦੇ ਕਾਰਨ ਜੋ ਉਸ ਵਿੱਚ ਕੀਤੇ ਜਾਂਦੇ ਹਨ ਆਹ ਭਰਦੇ ਹਨ ਅਤੇ ਰੋਂਦੇ ਹਨ ਕਿ ਲਗਾ ਦੇ, ਨਿਸ਼ਾਨ ਲਗਾ ਦੇ। ਅਤੇ ਉਹਨੇ ਮੇਰੇ ਸੁਣਦਿਆਂ ਦੂਜਿਆਂ ਨੂੰ ਆਖਿਆ, ਉਹਦੇ ਪਿੱਛੇ ਪਿੱਛੇ ਸ਼ਹਿਰ ਵਿੱਚੋਂ ਲੰਘੋ ਅਤੇ ਮਾਰਦੇ ਜਾਓ। ਤੁਹਾਡੀਆਂ ਅੱਖਾਂ ਲਿਹਾਜ਼ ਨਾ ਕਰਨ, ਨਾ ਤੁਸੀਂ ਤਰਸ ਕਰੋ। ਤੁਸੀਂ ਬੁੱਢਿਆਂ, ਗੱਭਰੂਆਂ, ਕੁਵਾਰੀਆਂ, ਨਿੱਕੇ ਬੱਚਿਆਂ ਤੇ ਤੀਵੀਆਂ ਨੂੰ ਉੱਕਾ ਮਾਰ ਸੁੱਟੋ, ਪਰ ਜਿਨ੍ਹਾਂ ਉੱਤੇ ਨਿਸ਼ਾਨ ਹੈ ਉਹਨਾਂ ਵਿੱਚੋਂ ਕਿਸੇ ਦੇ ਨੇੜੇ ਨਾ ਜਾਓ ਅਤੇ ਮੇਰੇ ਪਵਿੱਤਰ ਅਸਥਾਨ ਤੋਂ ਆਰੰਭ ਕਰੋ। ਤਦ ਉਹਨਾਂ ਨੇ ਉਹਨਾਂ ਬਜ਼ੁਰਗਾਂ ਤੋਂ ਜਿਹੜੇ ਭਵਨ ਦੇ ਸਾਹਮਣੇ ਸਨ ਸ਼ੁਰੂ ਕੀਤਾ। ਇੱਥੇ ਪਰਮੇਸ਼ਵਰ ਨੇ ਕਿਹਾ, ਨਿਸ਼ਾਨ ਲਗਾ ਦੇ। ਕੂਚ 12 ਵਿੱਚ ਪਸਾ ਮਨਾਉਂਦੇ ਸਮੇਂ ਪਰਮੇਸ਼ਵਰ ਨੇ ਕਿਹਾ,
ਨਿਸ਼ਾਨ ਲਗਾ ਦਿਓ। ਅਤੇ ਆਓ ਅਸੀਂ ਪ੍ਰਕਾਸ਼ ਦੀ ਪੋਥੀ 7 ਦੇਖੀਏ। ਪ੍ਰਕਾਸ਼ ਦੀ ਪੋਥੀ ਅਧਿਆਇ 7 ਵਚਨ 1। ਇਹਦੇ ਮਗਰੋਂ ਮੈਂ ਧਰਤੀ ਦੀਆਂ ਚੋਹਾਂ ਕੂਟਾਂ ਉੱਤੇ 4 ਦੂਤ ਖਲੋਤੇ ਹੋਏ ਵੇਖੇ, ਜਿਨ੍ਹਾਂ ਧਰਤੀ ਦੀਆਂ ਚੋਹਾਂ ਪੌਣਾਂ ਨੂੰ ਫੜਿਆ ਹੋਇਆ ਸੀ, ਤਾਂ ਜੋ ਪੌਣ ਧਰਤੀ ਉੱਤੇ ਜਾਂ ਸਮੁੰਦਰ ਉੱਤੇ ਜਾਂ ਕਿਸੇ ਰੁੱਖ ਉੱਤੇ ਨਾ ਵਗੇ। ਅਤੇ ਮੈਂ ਇੱਕ ਹੋਰ ਦੂਤ ਨੂੰ, ਜਿਹਦੇ ਕੋਲ ਅਕਾਲ ਪੁਰਖ ਦੀ ਮੋਹਰ ਸੀ, ਚੜ੍ਹਦੇ ਪਾਸਿਓਂ ਉੱਠਦਾ ਵੇਖਿਆ। ਅਤੇ ਉਸਨੇ ਉਹਨਾਂ ਚੋਹਾਂ ਦੂਤਾਂ ਨੂੰ, ਜਿਨ੍ਹਾਂ ਨੂੰ ਇਹ ਦਿੱਤਾ ਗਿਆ ਸੀ ਭਾਈ ਧਰਤੀ ਅਤੇ ਸਮੁੰਦਰ ਦਾ ਵਿਗਾੜ ਕਰਨ, ਵੱਡੀ ਆਵਾਜ਼ ਨਾਲ ਪੁਕਾਰ ਕੇ ਆਖਿਆ, ਜਿੰਨਾ ਚਿਰ ਅਸੀਂ ਆਪਣੇ ਪਰਮੇਸ਼ਵਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਨਾ ਲਾਈਏ, ਤੁਸੀਂ ਧਰਤੀ ਜਾਂ ਸਮੁੰਦਰ ਜਾਂ ਰੁੱਖਾਂ ਦਾ ਵਿਗਾੜ ਨਾ ਕਰੋ। ਮੋਹਰ ਦੀ ਭੂਮਿਕਾ ਕੀ ਹੈ? ਪਰਮੇਸ਼ਵਰ ਨੇ ਸਾਡੇ ਪਰਮੇਸ਼ਵਰ ਦੇ ਦਾਸਾਂ ਦੇ ਮੱਥਿਆਂ ਤੇ ਕੀ ਕਰਨ ਦੇ ਲਈ ਕਿਹਾ ਸੀ, ਤਾਂ ਜੋ ਉਹ ਵਿਪਤਾ ਤੋਂ ਬਚ ਸਕਣ, ਜਿਸ ਕਰਕੇ ਧਰਤੀ ਅਤੇ ਸਮੁੰਦਰ ਅਤੇ ਦਰਖਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ। ਪਰਮੇਸ਼ਵਰ ਨੇ ਕਿਹਾ, ਉਹਨਾਂ ਤੇ ਮੋਹਰ ਲਗਾਓ। ਹਿਜਕੀਲ ਅਧਿਆਇ 9 ਵਿੱਚ ਪਰਮੇਸ਼ਵਰ ਨੇ ਕਿਹਾ, ਮੱਥੇ ਤੇ ਇੱਕ ਨਿਸ਼ਾਨ ਲਗਾਓ। ਪ੍ਰਕਾਸ਼ ਦੀ ਪੋਥੀ 7 ਵਿੱਚ ਪਰਮੇਸ਼ਵਰ ਨੇ ਕਿਹਾ, ਮੱਥੇ ਤੇ ਮੋਹਰ ਲਗਾਓ। ਕੂਚ 12 ਵਿੱਚ ਪਰਮੇਸ਼ਵਰ ਨੇ ਕਿਹਾ, ਪਸਾ ਦੇ ਲੇਲੇ ਦੇ ਲਹੂ ਵਿੱਚੋਂ ਕੁਝ ਲੈ ਕੇ ਉਹਨਾਂ ਦੇ ਦੁਆਰਾ ਦੋਹੀ ਬਾਹੀਂ ਅਤੇ ਸੇਰੂ ਉੱਤੇ ਲਗਾਓ, ਤਾਂ ਜੋ ਲਹੂ ਮੇਰੇ ਲੋਕਾਂ ਦੇ ਘਰਾਂ ਤੇ ਇੱਕ ਨਿਸ਼ਾਨ ਦੇ ਰੂਪ ਵਿੱਚ ਕੰਮ ਕਰੇ। ਤਦ ਪਸਾ ਦੇ ਲੇਲੇ ਦਾ ਲਹੂ ਕਿਸ ਨੂੰ ਦਰਸਾਉਂਦਾ ਹੈ? ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 5 ਤੇ ਜਾਈਏ। ਅਧਿਆਇ 5 ਵਚਨ 7। ਪੁਰਾਣੇ ਖਮੀਰ ਨੂੰ ਕੱਢ ਸੁੱਟੋ, ਭਈ ਜਿਵੇਂ ਤੁਸੀਂ ਪਤੀਰੇ ਹੋਏ ਹੋ, ਤਿਵੇਂ ਤੁਸੀਂ ਸੱਜਰੀ ਧੋਣ ਬਣੋ, ਕਿਉਂਕਿ ਜੋ ਸਾਡਾ ਪਸਾ ਕੌਣ? ਮਸੀਹ ਹੈ। ਮਸੀਹ ਨੂੰ ਪਸਾ ਦੇ ਲੇਲੇ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਬਲੀਦਾਨ ਹੋਇਆ। ਸੋ ਆਓ ਅਸੀਂ ਕੀ ਤਿਉਹਾਰ ਮਨਾਈਏ। ਇੱਥੇ ਤਿਉਹਾਰ ਪਸਾ ਨੂੰ ਦਰਸਾਉਂਦਾ ਹੈ, ਜਿਸ ਨੂੰ ਮਨਾਇਆ ਜਾਣਾ ਚਾਹੀਦਾ ਹੈ। ਪੁਰਾਣੇ ਨੇਮ ਦੇ ਸਮੇਂ ਵਿੱਚ ਇਜ਼ਰਾਈਲੀਆਂ ਨੇ ਆਪਣੇ ਘਰਾਂ ਦੇ ਦੋਹੀ ਬਾਈ ਅਤੇ ਸੇਰੂ ਤੇ ਅਸਲੀ ਸ਼ਾਰੀਰਿਕ ਲੇਲੇ ਦੇ ਲਹੂ ਨੂੰ ਲਗਾਇਆ ਸੀ। ਪਰ ਨਵੇਂ ਨੇਮ ਦੇ ਸਮੇਂ ਵਿੱਚ ਪਸਾ ਦਾ ਲੇਲਾ ਮਸੀਹ ਨੂੰ ਦਰਸਾਉਂਦਾ ਹੈ। ਇਸ ਲਈ ਸਾਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਸਾਨੂੰ ਮਸੀਹ ਦੇ ਬਲੀਦਾਨ ਦੇ ਲਹੂ ਵਿੱਚ ਭਾਗ ਲੈਣ ਦੇ ਲਈ ਕੀ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਵਿੱਚ ਇਹ ਕੀਮਤੀ ਲਹੂ ਨਹੀਂ ਹੈ, ਉਹਨਾਂ ਨੂੰ ਅੰਤ ਵਿੱਚ ਅੰਤਿਮ ਵਿਪਤਾ ਤੋਂ ਬਚਾਇਆ ਨਹੀਂ ਜਾ ਸਕਦਾ ਹੈ ਨਾ। ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 10 ਵਚਨ 16 ਦੇਖੀਏ। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ, ਕਿ ਉਹ ਮਸੀਹ ਦੇ ਲਹੂ ਦੀ ਸਾਂਝ ਨਹੀਂ। ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ, ਕਿ ਉਹ ਮਸੀਹ ਦੇ ਸਰੀਰ ਦੀ ਸਾਂਝ ਨਹੀਂ। ਇੱਥੇ ਨਹੀਂ ਸ਼ਬਦ ਦਾ ਇਸਤੇਮਾਲ ਕਿਸੇ ਚੀਜ਼ ਨੂੰ ਨਕਾਰਨ ਦੇ ਲਈ ਨਹੀਂ ਕੀਤਾ ਗਿਆ, ਪਰ ਇਹ ਇੱਕ ਪੁਸ਼ਟੀਕਰਨ ਹੈ, ਇਹ ਮਸੀਹ ਦੇ ਲਹੂ ਵਿੱਚ ਸਾਂਝ ਹੈ ਨਾ। ਵਚਨ 17 ਬਾਈਬਲ ਸਿਖਾਉਂਦੀ ਹੈ, ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ, ਕਿਉਂ ਜੋ ਅਸੀਂ ਸਭੋ ਇੱਕ ਰੋਟੀ ਵਿੱਚ ਸਾਂਝੀ ਹਾਂ। ਜੋ ਮਸੀਹ ਦੇ ਕੀਮਤੀ ਲਹੂ ਵਿੱਚ ਸਾਂਝ ਚਾਹੁੰਦੇ ਹਨ, ਉਹਨਾਂ ਨੂੰ ਪੱਕੀ ਤਰ੍ਹਾਂ ਨਾਲ ਪਸਾ ਦੀ ਰੋਟੀ ਅਤੇ ਪਸਾ ਦੇ ਦਾਖਰਸ ਵਿੱਚ ਸਾਂਝ ਚਾਹੀਦੀ ਹੈ ਨਾ। ਪਸਾ ਦੇ ਨਾਲ ਉਹਨਾਂ ਨੂੰ ਕੀ ਕਰਨਾ ਚਾਹੀਦਾ? ਉਹਨਾਂ ਨੂੰ ਇਸ ਨੂੰ ਮਨਾਉਣਾ ਚਾਹੀਦਾ ਹੈ। ਜਿਵੇਂ ਇਜ਼ਰਾਈਲੀਆਂ ਨੇ ਪੁਰਾਣੇ ਨੇਮ ਦੇ ਸਮੇਂ ਵਿੱਚ ਆਪਣੇ ਘਰਾਂ ਦੇ ਦੋਹੀ ਬਾਹੀਂ ਅਤੇ ਸੇਰੂ ਤੇ ਇੱਕ ਅਸਲੀ ਸ਼ਰੀਕ ਪਸਾ ਦੇ ਲੇਲੇ ਦਾ ਲਹੂ ਲਗਾਇਆ ਸੀ, ਠੀਕ ਉਸੇ ਤਰ੍ਹਾਂ ਸਾਨੂੰ ਵੀ ਆਪਣੇ ਅੰਦਰ ਮਸੀਹ ਦੇ ਕੀਮਤੀ ਲਹੂ ਨੂੰ ਲਗਾਉਣਾ ਚਾਹੀਦਾ ਹੈ। ਪਰਮੇਸ਼ਵਰ ਨੇ ਇਸ ਧਰਤੀ ਤੇ ਨਵੇਂ ਨੇਮ ਦਾ ਸੱਚ ਸਥਾਪਿਤ ਕੀਤਾ, ਤਾਂ ਜੋ ਅਸੀਂ ਉਹਨਾਂ ਦੇ ਕੀਮਤੀ ਲਹੂ ਵਿੱਚ ਸਾਂਝ ਲੈ ਸਕੀਏ। ਆਓ ਅਸੀਂ ਮੱਤੀ ਅਧਿਆਇ 26 ਵਚਨ 17 ਤੇ ਜਾਈਏ। ਅਧਿਆਇ 26 ਵਚਨ 17। ਪਤੀ ਦੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯੀਸ਼ੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਯੀਸ਼ੂ ਨੇ ਕਿਹਾ ਕਿ ਉਹ ਪਸਾ ਮਨਾਉਣਗੇ, ਇਸ ਲਈ ਇਹ ਸਪਸ਼ਟ ਹੈ ਕਿ ਸਾਨੂੰ ਵੀ ਪਸਾ ਮਨਾਉਣਾ ਚਾਹੀਦਾ ਹੈ। ਪਰਮੇਸ਼ਵਰ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਸਰੀਰ ਪਾ ਕੇ ਇਸ ਧਰਤੀ ਤੇ ਆਏ, ਅਤੇ ਉਹਨਾਂ ਨੇ ਕਿਹਾ ਕਿ ਉਹ ਪਸਾ ਮਨਾਉਣਗੇ। ਜੋ ਪਰਮੇਸ਼ਵਰ ਨੇ ਕੀਤਾ, ਉਸ ਤੇ ਕੀ ਅਸੀਂ ਇਹ ਕਹਿਣ ਦੀ ਹਿੰਮਤ ਕਰ ਸਕਦੇ ਹਾਂ ਕਿ ਇਹ ਕੁਧਰਮ ਅਤੇ ਗਲਤ ਹੈ? ਸਾਰੇ ਲੋਕੋ, ਇਹ ਮੁਕਤੀ ਦਾ ਰਾਹ ਹੈ। ਇਹ ਪਰਮੇਸ਼ਵਰ ਦੁਆਰਾ ਸਿਖਾਇਆ ਗਿਆ ਸੱਚ ਹੈ।
ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾ ਦਾ ਤਿਉਹਾਰ ਕਰਾਂਗਾ। ਵਚਨ 19। ਚੇਲਿਆਂ ਨੇ ਜਿਸ ਤਰ੍ਹਾਂ ਯੀਸ਼ੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਉਹਨਾਂ ਨੇ ਕੀ ਕੀਤਾ? ਪਸਾ ਤਿਆਰ ਕੀਤੀ। ਆਓ ਅਸੀਂ ਦੇਖੀਏ ਕਿ ਉਹਨਾਂ ਨੇ ਪਸਾ ਦੀ ਰੋਟੀ ਅਤੇ ਦਾਖਰਸ ਵਿੱਚ ਭਾਗ ਲਿਆ। ਵਚਨ 26। ਜਦੋਂ ਖਾ ਰਹੇ ਸਨ ਤਦ ਯੀਸ਼ੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਪਰਮੇਸ਼ਵਰ ਨੇ ਮਸੀਹ ਦੇ ਪਵਿੱਤਰ ਮਾਸ ਅਤੇ ਕੀਮਤੀ ਲਹੂ ਨੂੰ ਸਾਡੇ ਅੰਦਰ ਹੋਣ ਦਿੱਤਾ। ਇਸ ਤਰ੍ਹਾਂ ਕਰਨ ਤੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਉਹ ਸਾਨੂੰ ਉਸ ਵਿਅਕਤੀ ਦੇ ਰੂਪ ਵਿੱਚ ਸਵੀਕਾਰ ਕਰਨਗੇ ਜਿਸ ਨੇ ਪਰਮੇਸ਼ਵਰ ਦੀ ਮੋਹਰ ਪ੍ਰਾਪਤ ਕੀਤੀ ਹੈ ਨਾ। ਆਓ ਅਸੀਂ ਵਚਨ 27 ਦੇਖੀਏ। ਫਿਰ ਉਹਨੇ ਪਿਆਲੇ ਵਿੱਚ ਪਸਾ ਦਾ ਦਾਖਰਸ ਸੀ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ। ਯੀਸ਼ੂ ਨੇ ਉਹਨਾਂ ਨੂੰ ਕੀ ਕਰਨ ਦੇ ਲਈ ਕਿਹਾ? ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਯੀਸ਼ੂ ਦੀ ਤੁਲਨਾ ਪਸਾ ਦੇ ਲੇਲੇ ਦੇ ਰੂਪ ਵਿੱਚ ਕੀਤੀ ਗਈ ਹੈ। ਫਿਰ ਇੱਥੇ ਮੇਰਾ ਲਹੂ ਕਿਸ ਦੇ ਲਹੂ ਨੂੰ ਦਰਸਾਉਂਦਾ ਹੈ? ਇਹ ਪਸਾ ਦੇ ਲੇਲੇ ਦੇ ਲਹੂ ਨੂੰ ਦਰਸਾਉਂਦਾ ਹੈ। ਪਹਿਲਾ ਕੁਰਿੰਥੀਓ ਅਧਿਆਇ 5 ਵਚਨ 7 ਵਿੱਚ ਯੀਸ਼ੂ ਦੀ ਤੁਲਨਾ ਕਿਸ ਨਾਲ ਕੀਤੀ ਗਈ ਹੈ? ਬਾਈਬਲ ਕਹਿੰਦੀ ਹੈ ਕਿ ਜੋ ਸਾਡਾ ਪਸਾ ਦਾ ਲੇਲਾ ਅਰਥਾਤ ਮਸੀਹ। ਦੂਸਰੇ ਸ਼ਬਦਾਂ ਵਿੱਚ ਇੱਥੇ ਨੇਮ ਦਾ ਮੇਰਾ ਲਹੂ ਦਾ ਮਤਲਬ ਹੈ ਪਸਾ ਦੇ ਲੇਲੇ ਦਾ ਲਹੂ। ਪਰਮੇਸ਼ਵਰ ਨੇ ਕਿਹੜੇ ਸੱਚ ਨੂੰ ਸਥਾਪਿਤ ਕੀਤਾ ਤਾਂ ਜੋ ਅਸੀਂ ਮਸੀਹ ਦੇ ਮਾਸ ਅਤੇ ਲਹੂ ਵਿੱਚ ਭਾਗ ਲੈ ਸਕੀਏ, ਜੋ ਪਸਾ ਦੇ ਲੇਲੇ ਦੀ ਅਸਲੀਅਤ ਹੈ। ਉਹ ਨਵੇਂ ਨੇਮ ਦੇ ਪਸਾ ਦਾ ਸੱਚ ਹੈ, ਕਿਉਂਕਿ ਯੀਸ਼ੂ ਨੂੰ ਅਗਲੇ ਦਿਨ ਸਲੀਬ ਤੇ ਚੜ੍ਹਨਾ ਅਤੇ ਮਰਨਾ ਸੀ। ਇਸ ਲਈ ਵਚਨ 29 ਵਿੱਚ ਯੀਸ਼ੂ ਨੇ ਕਿਹਾ, ਅਤੇ ਮੈਂ ਤੁਹਾਨੂੰ ਆਖਦਾ ਹਾਂ ਜੋ ਇਹਦੋਂ ਅੱਗੇ ਮੈਂ ਇਸ ਅੰਗੂਰ ਦੇ ਰਸ ਨੂੰ ਕਦੇ ਨਾ ਪੀਵਾਂਗਾ ਜਿਸ ਦਿਨ ਤੀਕਰ ਤੁਹਾਡੇ ਨਾਲ ਆਪਣੇ ਪਿਤਾ ਦੇ ਰਾਜ ਵਿੱਚ ਉਹ ਨਵਾਂ ਨਾ ਪੀਵਾਂ। ਕਿਉਂਕਿ ਉਹਨਾਂ ਨੇ ਕਿਹਾ ਕਿ ਦਾਖ ਦਾ ਇਹ ਰਸ, ਇਸ ਲਈ ਪਸਾ ਦੇ ਦਾਖ ਰਸ ਦਾ ਇਸਤੇਮਾਲ ਕੀਤਾ ਗਿਆ ਸੀ। ਜਿਵੇਂ ਪੁਰਾਣੇ ਨੇਮ ਦੇ ਸਮੇਂ ਵਿੱਚ ਪਰਮੇਸ਼ਵਰ ਨੇ ਪਸਾ ਨੂੰ ਇੱਕ ਨਿਸ਼ਾਨ ਦੇ ਰੂਪ ਵਿੱਚ ਦਿੱਤਾ ਜਿਸ ਨਾਲ ਸਾਰੀਆਂ ਬਿਪਤਾਵਾਂ ਪਾਰ ਹੁੰਦੀਆਂ ਹਨ, ਠੀਕ ਉਸੇ ਤਰ੍ਹਾਂ ਹੀ ਪਰਮੇਸ਼ਵਰ ਨੇ ਆਪਣੀਆਂ ਸੰਤਾਨਾਂ ਨੂੰ ਪਸਾ ਨਾਮ ਦਾ ਇੱਕ ਮਹਾਨ ਸੱਚ ਦਿੱਤਾ ਤਾਂ ਜੋ ਉਹ ਅੰਤਿਮ ਦਿਨ ਬਿਪਤਾਵਾਂ ਤੋਂ ਬਚ ਸਕਣ। ਆਓ ਅਸੀਂ ਇਸ ਪਸਾ ਦੇ ਬਾਰੇ ਇੱਕ ਹੋਰ ਵਚਨ ਤੇ ਇੱਕ ਨਜ਼ਰ ਪਾਈਏ। ਲੂਕਾ ਅਧਿਆਇ 22 ਵਚਨ 7। ਪੱਤਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸਨੇ ਪਤਰਸ ਅਤੇ ਯਹੋਨਾ ਨੂੰ ਇਹ ਕਹਿ ਕੇ ਘੱਲਿਆ, ਭਈ ਜਾ ਕੇ ਸਾਡੇ ਲਈ ਪਸਾ ਤਿਆਰ ਕਰੋ ਤਾਂ ਅਸੀਂ ਖਾਈਏ। ਉਹਨਾਂ ਉਸ ਨੂੰ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤਿਆਰ ਕਰੀਏ? ਉਸਨੇ ਉਹਨਾਂ ਨੂੰ ਆਖਿਆ, ਵੇਖੋ ਜਾਂ ਤੁਸੀਂ ਸ਼ਹਿਰ ਵਿੱਚ ਵੜੋਗੇ ਤਾਂ ਇੱਕ ਮਨੁੱਖ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਹਦੇ ਮਗਰ ਜਾਇਓ ਅਤੇ ਘਰ ਦੇ ਮਾਲਕ ਨੂੰ ਕਹਿਓ, ਭਾਈ ਗੁਰੂ ਜੀ ਤੈਨੂੰ ਆਖਦਾ ਹੈ ਉਹ ਉਤਾਰੇ ਦਾ ਥਾਂ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਸਣੇ ਪਸਾ ਖਾਵਾਂ। ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਫਰਸ਼ ਵਿਛਿਆ ਹੋਇਆ ਵਿਖਾਵੇਗਾ, ਉੱਥੇ ਤਿਆਰ ਕਰੋ। ਸੋ ਉਹਨਾਂ ਨੇ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਤੇ ਪਸਾ ਤਿਆਰ ਕੀਤੀ। ਵਚਨ 14 ਕਹਿੰਦਾ ਹੈ, ਜਾਂ ਘੜੀ ਆ ਪਹੁੰਚੀ, ਮਤਲਬ ਪਸਾ ਦੀ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾ ਤੁਹਾਡੇ ਨਾਲ ਖਾਵਾਂ। ਯੀਸ਼ੂ ਨੇ ਕਿਹਾ ਕਿ ਪਸਾ ਮਨਾਉਣ ਦੀ ਉਹਨਾਂ ਦੀ ਵੱਡੀ ਇੱਛਾ ਸੀ। ਵਚਨ 19, ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਮੇਰੀ ਕਿਸ ਲਈ? ਯਾਦਗਾਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਕਿਸ ਦੇ ਲਈ? ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਯੀਸ਼ੂ ਨੇ ਕਿਹਾ ਕਿ ਉਹਨਾਂ ਨੂੰ ਰਸੂਲਾਂ ਦੇ ਨਾਲ ਆਪਣੇ ਸਾਰੇ ਲੋਕਾਂ ਦੇ ਲਈ ਨਵੇਂ ਨੇਮ ਦੀ ਸਥਾਪਨਾ ਕੀਤੀ ਜੋ ਨਵੇਂ ਨੇਮ ਦਾ ਸੱਚ ਪ੍ਰਾਪਤ ਕਰਨ ਤੋਂ ਬਚਾਏ ਜਾਣਗੇ।
ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਨਵੇਂ ਨੇਮ ਦੇ ਸਥਾਪਿਤ ਹੋਣ ਤੋਂ ਲਗਭਗ 700 ਸਾਲ ਪਹਿਲਾਂ ਪਰਮੇਸ਼ਵਰ ਨੇ ਨਬੀ ਇਰਮੀਆ ਦੇ ਦੁਆਰਾ ਪਹਿਲਾਂ ਤੋਂ ਭਵਿੱਖਬਾਣੀ ਕੀਤੀ ਸੀ ਕਿ ਇਸ ਤਰ੍ਹਾਂ ਦੇ ਦਿਨ ਆਉਣ ਵਾਲੇ ਹਨ ਜਦੋਂ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨਾਂਗਾ। ਕਈ ਨਬੀਆਂ ਨੇ ਸਾਖੀ ਦਿੱਤੀ ਕਿ ਪਰਮੇਸ਼ਵਰ ਖੁਦ ਆਉਣਗੇ ਅਤੇ ਪਸਾ ਦਾ ਸੱਚ ਸਥਾਪਿਤ ਕਰਨਗੇ। ਹਾਲਾਂਕਿ ਦੁਨੀਆ ਵਿੱਚ ਬਹੁਤ ਸਾਰੇ ਲੋਕ ਹੁਣ ਤੱਕ ਨਹੀਂ ਜਾਣਦੇ ਕਿ ਖੱਬੇ ਤੋਂ ਸੱਜੇ ਵਿੱਚ, ਝੂਠ ਅਤੇ ਸੱਚ ਵਿੱਚ ਅਤੇ ਸਵਰਗ ਦੇ ਰਾਹ ਤੇ ਨਰਕ ਦੇ ਰਾਹ ਵਿੱਚ ਭੇਦ ਕਿਵੇਂ ਪਛਾਣੀਏ। ਉਹ ਸਭ ਮਕਸਦ ਤੋਂ ਹੀਣ ਹੋ ਕੇ ਭਟਕ ਰਹੇ ਹਨ। ਸਾਨੂੰ ਸੱਚ ਦੇ ਵੱਲ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਆਓ ਅਸੀਂ ਇਰਮੀਆ ਅਧਿਆਇ 31 ਵਚਨ 31 ਤੇ ਜਾਈਏ। ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਕੀ ਬੰਨਾਂਗਾ, ਇੱਕ ਨਵਾਂ ਨੇਮ ਬੰਨਾਂਗਾ। ਪਰਮੇਸ਼ਵਰ ਨੇ ਨਵੇਂ ਨੇਮ ਦੀ ਸਥਾਪਨਾ ਕਦੋਂ ਕੀਤੀ? ਜਿਵੇਂ ਅਸੀਂ ਲੂਕਾ ਅਧਿਆਇ 22 ਵਚਨ 20 ਵਿੱਚ ਦੇਖ ਸਕਦੇ ਹਾਂ, ਉਹਨਾਂ ਨੇ ਪਸਾ ਤੇ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਨਵੇਂ ਨੇਮ ਦੀ ਸਥਾਪਨਾ ਕੀਤੀ। ਆਓ ਅਸੀਂ ਨਵੇਂ ਨੇਮ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖੀਏ। ਵਚਨ 32, ਉਸ ਨੇਮ ਵਾਂਗੂ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ। ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ, ਭਾਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ, ਜਿਸ ਮੇਰੇ ਨੇਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਵਿਆਂਦੜ ਸਾਂ। ਯਹੋਵਾ ਦਾ ਵਾਕ ਹੈ, ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਕੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਕੀ ਹੋਵਾਂਗਾ? ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ। ਉਹ ਫਿਰ ਕਦੇ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਨਾ ਸਿਖਲਾਏਗਾ, ਭਾਈ ਯਹੋਵਾ ਨੂੰ ਜਾਣੋ, ਕਿਉਂ ਜੋ ਉਹ ਸਾਰਿਆਂ ਦੇ ਸਾਰੇ ਉਹਨਾਂ ਦੇ ਛੋਟੇ ਤੋਂ ਵੱਡੇ ਤੱਕ ਮੈਨੂੰ ਜਾਣ ਲੈਣਗੇ। ਯਹੋਵਾ ਦਾ ਵਾਕ ਹੈ, ਕਿਉਂ ਜੋ ਮੈਂ ਉਹਨਾਂ ਦੀ ਬਦੀ ਨੂੰ ਮਾਫ ਕਰਾਂਗਾ ਅਤੇ ਉਹਨਾਂ ਦੇ ਪਾਪ ਫਿਰ ਚੇਤੇ ਨਾ ਕਰਾਂਗਾ। ਕਿਸ ਪ੍ਰਕਾਰ ਦੇ ਲੋਕ ਪਾਪਾਂ ਦੀ ਮਾਫੀ ਦੀ ਕਿਰਪਾ ਪਾ ਸਕਦੇ ਹਨ? ਇਹ ਉਹ ਲੋਕ ਹਨ ਜੋ ਨਵੇਂ ਨੇਮ ਦਾ ਪਸਾ ਮਨਾਉਂਦੇ ਹਨ। ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ ਅਤੇ ਉਹ ਕੀ ਹੋਣਗੇ? ਮੇਰੀ ਪਰਜਾ ਹੋਣਗੇ। ਹਾਲਾਂਕਿ ਜੋ ਲੋਕ ਨਵੇਂ ਨੇਮ ਦਾ ਸੱਚ ਨਹੀਂ ਮਨਾਉਂਦੇ, ਇਹ ਉਹ ਹਨ ਜੋ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ ਅਤੇ ਪਰਮੇਸ਼ਵਰ ਦੇ ਹੁਕਮਾਂ ਅਤੇ ਵਿਵਸਥਾਵਾਂ ਤੋਂ ਹਟ ਗਏ ਹਨ। ਜਿਵੇਂ ਅਸੀਂ ਦਾਨੀਏਲ ਅਧਿਆਇ 9 ਵਚਨ 5 ਵਿੱਚ ਦੇਖ ਸਕਦੇ ਹਾਂ। ਹੁਣ ਸੰਸਾਰ ਦੇ ਲੋਕਾਂ ਦੇ ਹਾਲਾਤ ਕੀ ਹਨ? ਉਹ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ। ਉਹ ਨਹੀਂ ਜਾਣਦੇ ਕਿ ਉਹਨਾਂ ਦੀ ਆਤਮਾਵਾਂ ਕਿੱਥੋਂ ਆਉਂਦੀਆਂ ਹਨ ਅਤੇ ਮੌਤ ਤੋਂ ਬਾਅਦ ਉਹ ਕਿੱਥੇ ਜਾਂਦੀਆਂ ਹਨ। ਭਾਵੇਂ ਇਹ ਲੋਕ ਚਰਚ ਜਾਂਦੇ ਹਨ, ਪਰ ਉਹ ਨਹੀਂ ਜਾਣਦੇ ਕਿ ਜੋ ਵਿਵਸਥਾ ਅਤੇ ਨੇਮ ਉਹ ਮੰਨਦੇ ਹਨ, ਉਹ ਅਸਲ ਵਿੱਚ ਪਰਮੇਸ਼ਵਰ ਦੀ ਵਿਵਸਥਾ ਅਤੇ ਨੇਮ ਹੈ ਜਾਂ ਨਹੀਂ। ਇਸ ਲਈ ਪਰਮੇਸ਼ਵਰ ਸਾਨੂੰ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਨਹੀਂ ਸਿਆਣ ਸਕਦੇ, ਪਰਮੇਸ਼ਵਰ ਦੇ ਵਚਨਾਂ ਨੂੰ ਸੁਣਾਉਣ ਦੇ ਲਈ ਕਹਿੰਦੇ ਹਨ। ਅੱਜ ਇਸ ਧਰਤੀ ਤੇ ਬਹੁਤ ਸਾਰੇ ਲੋਕ ਰਹਿੰਦੇ ਹਨ। ਪਰਮੇਸ਼ਵਰ ਦੀ ਨਜ਼ਰ ਵਿੱਚ ਉਹ ਕਿਸ ਪ੍ਰਕਾਰ ਦੇ ਲੋਕ ਹਨ? ਇਹ ਉਹ ਹਨ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ। ਪਰਮੇਸ਼ਵਰ ਨੇ ਯੋਨਾ ਨੂੰ ਨੀਨਵੇ ਦੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਲਈ ਕਹਿ ਕੇ ਉਹਨਾਂ ਦੇ ਕੋਲ ਭੇਜਿਆ, ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ ਸੀ। ਹੁਣ ਪਰਮੇਸ਼ਵਰ ਸਾਨੂੰ ਉਹਨਾਂ ਲੋਕਾਂ ਦੇ ਕੋਲ ਜਿਹੜੇ ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸਕਦੇ, ਪ੍ਰਚਾਰ ਕਰਨ ਦੇ ਲਈ ਕਹਿੰਦੇ ਹੋਏ ਭੇਜਦੇ ਹਨ। ਅਸੀਂ ਯੋਨਾ ਦੇ ਵਾਂਗ ਹੀ ਮਿਸ਼ਨ ਤੇ ਹਾਂ। ਆਓ ਅਸੀਂ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਪਾ ਕੇ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਪ੍ਰਚਾਰ ਕਰੀਏ। ਜਿਵੇਂ ਕਿ ਉਹ ਸੱਚ ਨੂੰ ਸਵੀਕਾਰ ਕਰੇਗਾ, ਉਹ ਨਹੀਂ ਸੁਣਨਗੇ। ਉਹ ਵਿਅਕਤੀ ਬਹੁਤ ਬੁੱਢਾ ਹੈ ਜਾਂ ਉਹ ਧਾਰਮਿਕ ਵਿਅਕਤੀ ਨਹੀਂ ਹੈ। ਆਓ ਅਸੀਂ ਸਾਰਿਆਂ ਨੂੰ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰਨ ਦੇ ਲਈ ਸਮਾਂ ਅਤੇ ਅਚਾਨਕ ਤਿਆਰ ਰਹੀਏ, ਤਾਂ ਜੋ ਪਰਮੇਸ਼ਵਰ ਦੇ ਸੱਚੇ ਲੋਕ ਪਿਤਾ ਅਤੇ ਮਾਤਾ ਜੀ ਦੀ ਆਵਾਜ਼ ਸੁਣ ਸਕਣ ਅਤੇ ਜਲਦੀ ਸਿਓਨ ਵਿੱਚ ਮੁੜ ਸਕਣ। ਆਓ ਅਸੀਂ ਉਹਨਾਂ ਦੇ ਲਈ ਦਰਵਾਜ਼ਾ ਖੋਲੀਏ ਤਾਂ ਜੋ ਉਹ ਇਕੱਠੇ ਅਨੰਤ ਮੁਕਤੀ ਦੇ ਭੋਜ ਵਿੱਚ ਭਾਗ ਲੈ ਸਕਣ। ਅੱਜ ਐਲੋਹਿਮ ਪਰਮੇਸ਼ਵਰ ਨੇ ਸਾਨੂੰ ਸੱਜੇ ਖੱਬੇ ਹੱਥ ਵਿੱਚ ਸਿਆਣ ਕਰਨ ਦੇ ਲਈ ਆਤਮਿਕ ਅੱਖਾਂ ਦਿੱਤੀਆਂ ਹਨ। ਮੈਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਅਨੰਤ ਧੰਨਵਾਦ ਅਤੇ ਵਡਿਆਈ ਦਿੰਦਾ ਹਾਂ। ਹੁਣ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।